ਸੰਤ ਮੱਤੀ ਦੀ ਅੰਜੀਲ ਉਸਦਾ 26 ਬਾਬ। ਫਿਰ ਯੀਸ਼ੂ ਉਹਨਾਂ ਦੇ ਨਾਲ ਗਤਸਮਨੀ ਨਾਂ ਦੀ ਥਾਂ 'ਤੇ ਗਿਆ ਅਤੇ ਉਸਨੇ ਆਪਣੇ ਚੇਲਿਆਂ ਨੂੰ ਕਿਹਾ, ਇੱਥੇ ਬੈਠੋ ਜਦ ਤੱਕ ਕਿ ਮੈਂ ਪਰਾਂ ਅੱਗੇ ਜਾ ਕੇ ਪ੍ਰਾਰਥਨਾ ਕਰਾਂ। ਪਤਰਸ ਅਤੇ ਜਬਦੀ ਦੇ 2 ਪੁੱਤਰਾਂ ਨੂੰ ਆਪਣੇ ਨਾਲ ਲੈ ਕੇ ਉਹ ਦਿਲਗੀਰ ਅਤੇ ਬੇਕਰਾਰ ਹੋਣ ਲੱਗਾ। ਤਦ ਉਸਨੇ ਉਹਨਾਂ ਨੂੰ ਕਿਹਾ, ਮੇਰਾ ਦਿਲ ਬਹੁਤ ਗਮਗੀਨ ਹੈ, ਇੱਥੋਂ ਤੱਕ ਕਿ ਮਰਦਾ ਜਾਂਦਾ ਹੈ। ਤੁਸੀਂ ਇੱਥੇ ਰਹੋ ਅਤੇ ਮੇਰੇ ਨਾਲ ਜਾਗਦੇ ਰਹੋ। ਥੋੜ੍ਹਾ ਅੱਗੇ ਜਾ ਕੇ ਉਹ ਆਪਣੇ ਮੂੰਹ ਪਰਨੇ ਡਿੱਗਿਆ ਅਤੇ ਪ੍ਰਾਰਥਨਾ ਕੀਤੀ, ਮੇਰੇ ਬਾਪ, ਜੇਕਰ ਇਹ ਹੋ ਸਕੇ ਤਾਂ ਇਹ ਪਿਆਲਾ ਮੇਰੇ ਤੋਂ ਟਲ ਜਾਵੇ। ਫਿਰ ਵੀ ਇਹ ਮੇਰੀ ਇੱਛਾ ਅਨੁਸਾਰ ਨਹੀਂ, ਸਗੋਂ ਤੁਹਾਡੀ ਇੱਛਾ ਅਨੁਸਾਰ ਹੋਵੇ। ਫਿਰ ਉਹ ਆਪਣੇ ਚੇਲਿਆਂ ਦੇ ਕੋਲ ਆਇਆ ਅਤੇ ਉਹਨਾਂ ਨੂੰ ਸੁੱਤੇ ਪਏ ਦੇਖਿਆ। ਉਸਨੇ ਪਤਰਸ ਨੂੰ ਕਿਹਾ, ਕੀ ਤੁਸੀਂ ਮੇਰੇ ਨਾਲ 1 ਘੰਟਾ ਵੀ ਜਾਗ ਨਾ ਸਕੇ? ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪੈ ਜਾਵੋ। ਰੂਹ ਬਿਲਕੁਲ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ। ਉਹ ਫਿਰ ਦੂਜੀ ਵਾਰ ਚਲਾ ਗਿਆ ਅਤੇ ਪ੍ਰਾਰਥਨਾ ਕੀਤੀ, ਮੇਰੇ ਬਾਪ, ਜੇਕਰ ਮੇਰੇ ਪੀਣ ਦੇ ਬਿਨਾਂ ਇਹ ਟਲ ਨਹੀਂ ਸਕਦਾ ਤਾਂ ਤੁਹਾਡੀ ਇੱਛਾ ਪੂਰੀ ਹੋਵੇ। ਉਸਨੇ ਫਿਰ ਆ ਕੇ ਉਹਨਾਂ ਨੂੰ ਸੁੱਤੇ ਪਏ ਦੇਖਿਆ, ਕਿਉਂਕਿ ਉਹਨਾਂ ਦੀਆਂ ਅੱਖਾਂ ਨੀਂਦ ਨਾਲ ਭਾਰੀ ਸਨ। ਇਸ ਲਈ ਉਹਨਾਂ ਨੂੰ ਫਿਰ ਛੱਡ ਕੇ ਉਹ ਚਲਾ ਗਿਆ ਅਤੇ ਉਸਨੇ ਤੀਜੀ ਵਾਰ ਉਹਨਾਂ ਹੀ ਸ਼ਬਦਾਂ ਨੂੰ ਆਖਦੇ ਹੋਏ ਪ੍ਰਾਰਥਨਾ ਕੀਤੀ। ਫਿਰ ਉਹ ਆਪਣੇ ਚੇਲਿਆਂ ਕੋਲ ਆਇਆ ਅਤੇ ਉਸਨੇ ਉਹਨਾਂ ਨੂੰ ਕਿਹਾ, ਕਿ ਤੁਸੀਂ ਅਜੇ ਵੀ ਸੌਂ ਰਹੇ ਹੋ ਅਤੇ ਆਰਾਮ ਕਰ ਰਹੇ ਹੋ? ਦੇਖੋ, ਉਹ ਵਕਤ ਆ ਗਿਆ ਹੈ ਅਤੇ ਮਨੁੱਖ ਦੇ ਪੁੱਤਰ ਨੂੰ ਪਾਪੀਆਂ ਦੇ ਹੱਥੀਂ ਦਾਗੇ ਨਾਲ ਫੜਵਾਇਆ ਜਾਂਦਾ ਹੈ। ਉੱਠੋ, ਚੱਲੀਏ, ਦੇਖੋ ਮੇਰਾ ਵਿਸ਼ਵਾਸਘਾਤੀ ਨੇੜੇ ਹੀ ਹੈ। ਜਦੋਂ ਅਜੇ ਉਹ ਇਹ ਬੋਲ ਹੀ ਰਿਹਾ ਸੀ, ਯਹੂਦਾ 12 ਵਿੱਚੋਂ ਇੱਕ ਆ ਗਿਆ ਅਤੇ ਉਸ ਦੇ ਨਾਲ ਮਹਾਪੁਰੋਹਿਤ ਅਤੇ ਜਨਤਾ ਦੇ ਨੇਤਾਵਾਂ ਵੱਲੋਂ ਕੱਲੀ ਇੱਕ ਵੱਡੀ ਭੀੜ ਤਲਵਾਰਾਂ ਅਤੇ ਲਾਠੀਆਂ ਲੈ ਕੇ ਆਈ। ਉਸ ਦੇ ਵਿਸ਼ਵਾਸਘਾਤੀ ਨੇ ਉਹਨਾਂ ਨੂੰ ਇਹ ਕਹਿੰਦੇ ਹੋਏ ਇੱਕ ਨਿਸ਼ਾਨੀ ਦਿੱਤੀ ਹੋਈ ਸੀ, ਮੈਂ ਜਿਸ ਦਾ ਮੂੰਹ ਚੁੰਮਾਂਗਾ ਉਹੀ ਹੈ, ਉਸ ਨੂੰ ਫੜ ਲੈਣਾ। ਉਹ ਸਿੱਧਾ ਯੀਸ਼ੂ ਦੇ ਕੋਲ ਆਇਆ ਅਤੇ ਕਿਹਾ, ਸਲਾਮ ਗੁਰੂ ਜੀ, ਅਤੇ ਉਸਨੇ ਉਸ ਦਾ ਮੂੰਹ ਚੁੰਮ ਲਿਆ। ਯੀਸ਼ੂ ਨੇ ਉਸ ਨੂੰ ਕਿਹਾ, ਦੋਸਤ, ਤੁਸੀਂ ਇੱਥੇ ਕਿਵੇਂ? ਤਦ ਉਹਨਾਂ ਨੇ ਅੱਗੇ ਵੱਧ ਕੇ ਯੀਸ਼ੂ ਨੂੰ ਫੜ ਲਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਜੋ ਯੀਸ਼ੂ ਦੇ ਨਾਲ ਸਨ, ਉਹਨਾਂ ਵਿੱਚੋਂ ਇੱਕ ਨੇ ਆਪਣਾ ਹੱਥ ਵਧਾ ਕੇ ਆਪਣੀ ਤਲਵਾਰ ਕੱਢੀ ਅਤੇ ਮਹਾਪੁਰੋਹਿਤ ਦੇ ਨੌਕਰ 'ਤੇ ਚਲਾਈ ਅਤੇ ਉਸ ਦਾ ਕੰਨ ਵੱਢ ਦਿੱਤਾ। ਤਦ ਯੀਸ਼ੂ ਨੇ ਉਸ ਨੂੰ ਕਿਹਾ, ਆਪਣੀ ਤਲਵਾਰ ਵਾਪਸ ਉਸ ਦੀ ਥਾਂ ਰੱਖ, ਕਿਉਂਕਿ ਉਹ ਸਾਰੇ ਜੋ ਤਲਵਾਰ ਚਲਾਉਂਦੇ ਹਨ ਤਲਵਾਰ ਨਾਲ ਨਾਸ਼ ਹੋ ਜਾਣਗੇ। ਤੁਸੀਂ ਕੀ ਸੋਚਦੇ ਹੋ ਕਿ ਮੈਂ ਆਪਣੇ ਬਾਪ ਅੱਗੇ ਬੇਨਤੀ ਨਹੀਂ ਕਰ ਸਕਦਾ ਅਤੇ ਉਹ ਤੁਰੰਤ ਹੀ ਮੇਰੇ ਲਈ ਫਰਿਸ਼ਤਿਆਂ ਦੇ 12 ਤੋਂ ਵੀ ਜ਼ਿਆਦਾ ਲਸ਼ਕਰ ਭੇਜ ਨਹੀਂ ਦੇਵੇਗਾ? ਪਰੰਤੂ ਫਿਰ ਧਰਮ ਗ੍ਰੰਥੀਆਂ ਦੀਆਂ ਲਿਖਤਾਂ ਕਿਸ ਤਰ੍ਹਾਂ ਪੂਰੀਆਂ ਹੋਣਗੀਆਂ ਜੋ ਕਹਿੰਦੀਆਂ ਹਨ ਕਿ ਇਸੇ ਤਰ੍ਹਾਂ ਹੀ ਹੋਣਾ ਜ਼ਰੂਰੀ ਹੈ। ਉਸੇ ਵਕਤ ਯੀਸ਼ੂ ਨੇ ਭੀੜ ਨੂੰ ਕਿਹਾ, ਕੀ ਤੁਸੀਂ ਤਲਵਾਰਾਂ ਅਤੇ ਲਾਠੀਆਂ ਲੈ ਕੇ ਇੱਕ ਡਾਕੂ ਵਾਂਗ ਮੈਨੂੰ ਗ੍ਰਿਫਤਾਰ ਕਰਨ ਲਈ ਆਏ ਹੋ? ਮੈਂ ਹਰ ਰੋਜ਼ ਹੈਕਲ ਵਿੱਚ ਬੈਠ ਕੇ ਸਿੱਖਿਆ ਦਿੰਦਾ ਸਾਂ ਅਤੇ ਤੁਸੀਂ ਮੈਨੂੰ ਗ੍ਰਿਫਤਾਰ ਨਾ ਕੀਤਾ। ਪਰ ਇਹ ਸਭ ਇਸ ਲਈ ਹੋਇਆ ਕਿ ਨਬੀਆਂ ਦੀਆਂ ਲਿਖਤਾਂ ਪੂਰੀਆਂ ਹੋਣ। ਤਦ ਸਭ ਚੇਲੇ ਉਸ ਨੂੰ ਛੱਡ ਕੇ ਭੱਜ ਗਏ। ਜਿਨ੍ਹਾਂ ਨੇ ਯੀਸ਼ੂ ਨੂੰ ਗ੍ਰਿਫਤਾਰ ਕੀਤਾ ਸੀ, ਉਹ ਉਸ ਨੂੰ ਮਹਾਪੁਰੋਹਿਤ ਕੈਫਾਸ ਦੇ ਕੋਲ ਲੈ ਗਏ, ਜਿੱਥੇ ਧਰਮ ਗ੍ਰੰਥੀ ਅਤੇ ਨੇਤਾ ਇਕੱਠੇ ਹੋਏ ਸਨ। ਪਰ ਪਤਰਸ ਕੁਝ ਦੂਰੀ 'ਤੇ ਰਹਿ ਕੇ ਉਸ ਦੇ ਪਿੱਛੇ ਮਹਾਪੁਰੋਹਿਤ ਦੇ ਘਰ ਦੇ ਵਿਹੜੇ ਤੱਕ ਪਹੁੰਚ ਗਿਆ ਅਤੇ ਅੰਦਰ ਜਾ ਕੇ ਅੰਤ ਵੇਖਣ ਲਈ ਪਹਿਰਾਦਾਰਾਂ ਦੇ ਨਾਲ ਬੈਠ ਗਿਆ। ਮਹਾਪੁਰੋਹਿਤ ਅਤੇ ਸਾਰੀ ਮਹਾਸਭਾ ਯੀਸ਼ੂ ਨੂੰ ਮੌਤ ਦੀ ਸਜ਼ਾ ਦੇਣ ਦੇ ਲਈ ਉਸ ਦੇ ਖਿਲਾਫ ਝੂਠੀ ਗਵਾਹੀ ਲੱਭ ਰਹੀ ਸੀ, ਪਰ ਉਹਨਾਂ ਨੂੰ ਕੋਈ ਨਾ ਮਿਲੀ, ਭਾਵੇਂ ਬਹੁਤ ਸਾਰੇ ਝੂਠੇ ਗਵਾਹ ਅੱਗੇ ਆਏ ਸਨ। ਆਖਰ ਵਿੱਚ 2 ਅੱਗੇ ਆਏ ਅਤੇ ਉਹਨਾਂ ਨੇ ਕਿਹਾ, ਇਸ ਬੰਦੇ ਨੇ ਕਿਹਾ ਸੀ, ਮੈਂ ਖੁਦਾ ਦੀ ਹੈਕਲ ਢਾਹ ਸਕਦਾ ਹਾਂ ਅਤੇ 3 ਦਿਨਾਂ ਵਿੱਚ ਫਿਰ ਬਣਾ ਸਕਦਾ ਹਾਂ। ਤਦ ਮਹਾਪੁਰੋਹਿਤ ਖੜਾ ਹੋ ਗਿਆ ਅਤੇ ਉਸਨੇ ਕਿਹਾ, ਕੀ ਤੁਸੀਂ ਕੋਈ ਉੱਤਰ ਨਹੀਂ ਦੇਣਾ? ਇਹ ਕੀ ਹੈ ਜੋ ਇਹ ਲੋਕ ਤੁਹਾਡੇ ਖਿਲਾਫ ਗਵਾਹੀ ਦਿੰਦੇ ਹਨ? ਪਰ ਯੀਸ਼ੂ ਚੁੱਪ ਸੀ। ਮਹਾਪੁਰੋਹਿਤ ਨੇ ਉਸ ਨੂੰ ਕਿਹਾ, ਮੈਂ ਤੁਹਾਨੂੰ ਜਿਉਂਦੇ ਖੁਦਾ ਦੀ ਕਸਮ ਦਿੰਦਾ ਹਾਂ, ਜੇਕਰ ਤੁਸੀਂ ਮਸੀਹ ਹੋ, ਖੁਦਾ ਦੇ ਪੁੱਤਰ, ਤਾਂ ਸਾਨੂੰ ਦੱਸ ਦਿਓ।
ਯਿਸੂ ਨੇ ਉਸ ਨੂੰ ਕਿਹਾ, ਤੁਸੀਂ ਇਹ ਕਹਿ ਦਿੱਤਾ ਹੈ, ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਹੁਣ ਤੋਂ ਬਾਅਦ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਵਸ਼ਕਤੀਮਾਨ ਦੇ ਸੱਜੇ ਬੈਠਿਆਂ ਅਤੇ ਆਕਾਸ਼ ਦੇ ਬੱਦਲਾਂ ਉੱਤੇ ਆਉਂਦੇ ਦੇਖੋਗੇ। ਤਦ ਮਹਾਪੁਰੋਹਿਤ ਨੇ ਆਪਣੇ ਕੱਪੜੇ ਪਾੜੇ ਅਤੇ ਕਿਹਾ, ਇਸ ਨੇ ਕੁਫਰ ਬੋਲਿਆ ਹੈ। ਹੁਣ ਸਾਨੂੰ ਗਵਾਹਾਂ ਦੀ ਹੋਰ ਕੋਈ ਵੀ ਜ਼ਰੂਰਤ ਨਹੀਂ। ਤੁਸੀਂ ਹੁਣ ਉਸ ਦੇ ਕੁਫਰ ਸੁਣ ਲਿਆ ਹੈ, ਤੁਹਾਡਾ ਕੀ ਫੈਸਲਾ ਹੈ? ਉਹਨਾਂ ਨੇ ਉੱਤਰ ਦਿੱਤਾ, ਇਹ ਮੌਤ ਦੀ ਸਜ਼ਾ ਦਾ ਹੱਕਦਾਰ ਹੈ। ਤਦ ਉਹਨਾਂ ਨੇ ਉਸ ਦਾ ਮੂੰਹ 'ਤੇ ਥੁੱਕਿਆ ਅਤੇ ਉਸ ਨੂੰ ਮਾਰਿਆ। ਕੁਝ ਲੋਕਾਂ ਨੇ ਉਸ ਨੂੰ ਚਪੇੜੇ ਮਾਰਿਆ। ਨਾਲ ਹੀ ਕਿਹਾ, ਹੇ ਮਸੀਹ, ਸਾਡੇ ਲਈ ਨਬੂਵਤ ਕਰ, ਤੁਹਾਨੂੰ ਕਿਸ ਨੇ ਮਾਰਿਆ? ਹੁਣ ਪਤਰਸ ਬਾਹਰ ਵਿਹੜੇ ਵਿੱਚ ਬੈਠਿਆ ਹੋਇਆ ਸੀ। ਇੱਕ ਨੌਕਰਾਨੀ ਨੇ ਠੀਕ ਉਸ ਦੇ ਕੋਲ ਆ ਕੇ ਕਿਹਾ, ਤੂੰ ਵੀ ਗਲੀਲ ਨਿਵਾਸੀ ਯੀਸੂ ਦੇ ਨਾਲ ਸੀ। ਪਰ ਉਸ ਨੇ ਉਹਨਾਂ ਸਾਰਿਆਂ ਦੇ ਸਾਹਮਣੇ ਇਹ ਕਹਿੰਦੇ ਹੋਏ ਇਨਕਾਰ ਕੀਤਾ, ਮੈਂ ਨਹੀਂ ਜਾਣਦਾ ਕਿ ਤੁਸੀਂ ਕੀ ਕਹਿ ਰਹੇ ਹੋ। ਜਦੋਂ ਉਹ ਬਾਹਰ ਫਾਟਕ ਵੱਲ ਗਿਆ ਤਾਂ ਇੱਕ ਦੂਜੀ ਨੌਕਰਾਨੀ ਨੇ ਉਸ ਨੂੰ ਦੇਖਿਆ ਅਤੇ ਉੱਥੇ ਖੜੇ ਲੋਕਾਂ ਨੂੰ ਕਿਹਾ, ਇਹ ਆਦਮੀ ਵੀ ਯੀਸੂ ਨਾਸਰੀ ਦੇ ਨਾਲ ਸੀ। ਉਸਨੇ ਫਿਰ ਕਸਮ ਖਾ ਕੇ ਉਸ ਦਾ ਇਨਕਾਰ ਕੀਤਾ, ਉਸ ਆਦਮੀ ਨੂੰ ਮੈਂ ਨਹੀਂ ਜਾਣਦਾ। ਥੋੜ੍ਹੇ ਚਿਰ ਬਾਅਦ ਉੱਥੇ ਖੜੇ ਲੋਕ ਲਾਗੇ ਆਏ ਅਤੇ ਉਹਨਾਂ ਨੇ ਪਤਰਸ ਨੂੰ ਕਿਹਾ, ਯਕੀਨਨ ਤੁਸੀਂ ਵੀ ਉਹਨਾਂ ਲੋਕਾਂ ਵਿੱਚੋਂ ਇੱਕ ਹੋ, ਕਿਉਂਕਿ ਤੁਹਾਡੀ ਬੋਲੀ ਦਾ ਢੰਗ ਹੀ ਦੱਸਦਾ ਹੈ। ਤਦ ਉਹ ਆਪਣੇ ਆਪ ਨੂੰ ਕੋਸਣ ਲੱਗਾ ਅਤੇ ਕਸਮ ਖਾਣ ਲੱਗਾ, ਮੈਂ ਉਸ ਆਦਮੀ ਨੂੰ ਜਾਣਦਾ ਤੱਕ ਨਹੀਂ। ਉਸੇ ਵੇਲੇ ਕੁੱਕੜ ਨੇ ਬਾਂਗ ਦਿੱਤੀ। ਤਦ ਪਤਰਸ ਨੂੰ ਯੀਸੂ ਦਾ ਇਹ ਕਹਿਣਾ ਯਾਦ ਆਇਆ, ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ 3 ਵਾਰ ਮੇਰਾ ਇਨਕਾਰ ਕਰੇਂਗਾ। ਉਹ ਬਾਹਰ ਨਿਕਲਿਆ ਅਤੇ ਡਾਹਾਂ ਮਾਰ ਕੇ ਰੋਇਆ। ਸੰਤ ਮੱਤੀ ਦੀ ਅੰਜੀਲ ਉਹਦਾ 27 ਬਾਬ। ਜਦੋਂ ਸਵੇਰਾ ਹੋ ਗਿਆ ਤਾਂ ਮੁੱਖ ਕਹਾਣਾਂ ਅਤੇ ਜਨਤਾ ਦੇ ਨੇਤਾਵਾਂ ਸਭ ਨੇ ਉਸ ਨੂੰ ਮਾਰ ਦੇਣ ਲਈ ਯਿਸੂ ਦੇ ਖਿਲਾਫ ਸਲਾਹ ਮਸ਼ਵਰਾ ਕੀਤਾ। ਉਹ ਉਸ ਨੂੰ ਬੰਨ੍ਹ ਕੇ ਲੈ ਗਏ ਅਤੇ ਰਾਜਪਾਲ ਪਿਲਾਤੂਸ ਦੇ ਹਵਾਲੇ ਕਰ ਦਿੱਤਾ। ਜਦੋਂ ਯਹੂਦਾ ਨੇ, ਜਿਸ ਨੇ ਉਹ ਨਾਲ ਵਿਸ਼ਵਾਸਘਾਤ ਕੀਤਾ ਸੀ, ਇਹ ਦੇਖਿਆ ਕਿ ਉਸ ਨੂੰ ਸਜ਼ਾ ਦਾ ਹੁਕਮ ਹੋ ਗਿਆ ਹੈ ਤਾਂ ਉਹ ਪਛਤਾਇਆ ਅਤੇ ਉਹ ਮੁੱਖ ਕਹਾਣਾਂ ਅਤੇ ਨੇਤਾਵਾਂ ਦੇ ਕੋਲ ਚਾਂਦੀ ਦੇ 30 ਸਿੱਕੇ ਲੈ ਕੇ ਵਾਪਸ ਆਇਆ ਅਤੇ ਕਿਹਾ, ਮੈਂ ਨਿਰਦੋਸ਼ ਖੂਨ ਨਾਲ ਵਿਸ਼ਵਾਸਘਾਤ ਕਰਕੇ ਪਾਪ ਕੀਤਾ ਹੈ। ਉਹਨਾਂ ਨੇ ਕਿਹਾ, ਇਸ ਤੋਂ ਸਾਨੂੰ ਕੀ, ਇਹ ਤੂੰ ਹੀ ਜਾਣ। ਤਦ ਉਹ ਚਾਂਦੀ ਦੇ ਸਿੱਕੇ ਹੈਕਲ ਵਿੱਚ ਸੁੱਟ ਕੇ ਚਲਾ ਗਿਆ ਅਤੇ ਉਸ ਨੇ ਜਾ ਕੇ ਆਪਣੇ ਆਪ ਨੂੰ ਫਾਹਾ ਲੈ ਲਿਆ। ਪਰ ਮੁੱਖ ਕਹਾਣਾਂ ਨੇ ਚਾਂਦੀ ਦੇ ਸਿੱਕੇ ਲੈ ਕੇ ਕਿਹਾ, ਇਹਨਾਂ ਨੂੰ ਖਜ਼ਾਨੇ ਵਿੱਚ ਪਾਓ, ਜਾਇਜ਼ ਨਹੀਂ, ਕਿਉਂਕਿ ਇਹ ਖੂਨ ਦਾ ਮੁੱਲ ਹੈ। ਇਸ ਲਈ ਉਹਨਾਂ ਦੇ ਸਲਾਹ ਮਸ਼ਵਰਾ ਕੀਤਾ ਅਤੇ ਉਹ ਸਿੱਕਿਆਂ ਨਾਲ ਪਰਦੇਸ ਨੂੰ ਦਫਨਾਉਣ ਲਈ ਘੁਮਰਿਆਸ ਦਾ ਖੇਤ ਮੁੱਲ ਲੈ ਲਿਆ। ਇਸੇ ਵਜ੍ਹਾ ਨਾਲ ਉਹ ਖੇਤ ਅੱਜ ਤੱਕ ਖੂਨ ਦਾ ਖੇਤ ਅਖਵਾਉਂਦਾ ਹੈ। ਤਦ ਨਬੀ ਯਰਮੀਆ ਦਾ ਕਿਹਾ ਵਾਕ ਪੂਰਾ ਹੋ ਗਿਆ। ਉਹਨਾਂ ਨੇ ਚਾਂਦੀ ਦੇ 30 ਸਿੱਕੇ ਲਏ, ਯਾਨੀ ਉਹ ਮੁੱਲ ਜੋ ਇਸਰਾਇਲ ਦੇ ਪੁੱਤਰ ਨੇ ਉਸ ਦਾ ਪਾਇਆ ਸੀ। ਜਦੋਂ ਉਹਨਾਂ ਨੇ ਉਹ ਸਿੱਕੇ ਘੁਮਿਆਰ ਦੇ ਖੇਤ ਵਿੱਚ ਦੇ ਦਿੱਤੇ, ਜਿਸ ਤਰ੍ਹਾਂ ਪ੍ਰਭੂ ਨੇ ਮੈਨੂੰ ਆਦੇਸ਼ ਦਿੱਤਾ ਸੀ। ਹੁਣ ਯਿਸੂ ਰਾਜਪਾਲ ਦੇ ਸਾਹਮਣੇ ਖੜਾ ਸੀ ਅਤੇ ਰਾਜਪਾਲ ਨੇ ਉਸ ਨੂੰ ਪੁੱਛਿਆ, ਕੀ ਤੂੰ ਯਹੂਦਾ ਦਾ ਰਾਜਾ ਹੈ? ਯਿਸੂ ਨੇ ਕਿਹਾ, ਇਹ ਤੂੰ ਕਿਹਾ ਹੈ। ਪਰ ਜਦੋਂ ਮੁੱਖ ਕਹਾਣਾਂ ਅਤੇ ਨੇਤਾ ਉਹ ਉੱਤੇ ਦੋਸ਼ ਲਾਇਆ ਜਾਂਦੇ ਸਨ ਤਾਂ ਉਹ ਕੋਈ ਉੱਤਰ ਨਹੀਂ ਸੀ ਦਿੰਦਾ। ਤਦ ਪਿਲਾਤੂਸ ਨੇ ਉਸ ਨੂੰ ਕਿਹਾ, ਕੀ ਤੂੰ ਨਹੀਂ ਸੁਣਦਾ ਕਿ ਇਹ ਲੋਕ ਤੇਰੇ ਵਿਰੁੱਧ ਕੀ ਗਵਾਹੀ ਦਿੰਦੇ ਹਨ? ਪਰ ਯਿਸੂ ਨੇ ਉਸ ਨੂੰ ਕਿਸੇ ਵੀ ਗੱਲ ਦਾ ਉੱਤਰ ਨਾ ਦਿੱਤਾ, ਇੱਥੋਂ ਤੱਕ ਕਿ ਕਿਸੇ ਇੱਕ ਇਲਜ਼ਾਮ ਦਾ ਵੀ ਨਹੀਂ। ਇਸ ਉੱਤੇ ਰਾਜਪਾਲ ਬਹੁਤ ਹੀ ਹੈਰਾਨ ਹੋਇਆ। ਤਿਉਹਾਰ ਦੇ ਮੌਕੇ 'ਤੇ ਇੱਕ ਦਸਤੂਰ ਸੀ ਕਿ ਰਾਜਪਾਲ ਕਿਸੇ ਇੱਕ ਕੈਦੀ ਨੂੰ ਰਿਹਾ ਕਰ ਦਿੰਦਾ ਸੀ, ਜਿਸ ਨੂੰ ਲੋਕ ਚਾਹੁੰਦੇ ਸਨ। ਉਸ ਸਮੇਂ ਉੱਥੇ ਬਰਨਾਬਾਸ ਨਾਂ ਦਾ ਇੱਕ ਬੜਾ ਬਦਨਾਮ ਕੈਦੀ ਸੀ। ਇਸ ਲਈ ਜਦੋਂ ਲੋਕ ਇਕੱਠੇ ਹੋ ਗਏ
ਤਾਂ ਪਿਲਾਤੂਸ ਨੇ ਉਹਨਾਂ ਨੂੰ ਕਿਹਾ, ਤੁਸੀਂ ਕਿਸ ਨੂੰ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਰਿਹਾ ਕਰਨਾ, ਬਰਨਾਬਾਸ ਨੂੰ ਜਾਂ ਯਿਸੂ ਨੂੰ, ਜੋ ਮਸੀਹਾ ਅਖਵਾਉਂਦਾ ਹੈ? ਕਿਉਂਕਿ ਉਹ ਜਾਣਦਾ ਸੀ ਕਿ ਉਹਨਾਂ ਨੇ ਇਸ ਨੂੰ ਈਰਖਾ ਦੇ ਕਾਰਨ ਫੜਵਾਇਆ ਹੈ। ਉਸ ਤੋਂ ਇਲਾਵਾ ਜਦੋਂ ਉਹ ਨਿਆਂ ਆਸਨ ਦੇ ਉੱਤੇ ਬੈਠਾ ਹੋਇਆ ਸੀ ਤਾਂ ਉਸ ਦੀ ਪਤਨੀ ਨੇ ਉਸ ਨੂੰ ਸੰਦੇਸ਼ ਘੱਲਿਆ, ਉਸ ਧਰਮੀ ਆਦਮੀ ਦੇ ਮਾਮਲੇ ਵਿੱਚ ਤੂੰ ਕੋਈ ਸਰੋਕਾਰ ਨਾ ਰੱਖਣਾ, ਕਿਉਂਕਿ ਉਸ ਦੇ ਕਾਰਨ ਅੱਜ ਮੈਂ ਸੁਪਨੇ ਵਿੱਚ ਬਹੁਤ ਦੁੱਖ ਸਹਿਆ ਹੈ। ਹੁਣ ਮੁੱਖ ਕਾਹਨਾਂ ਅਤੇ ਨੇਤਾਵਾਂ ਨੇ ਲੋਕਾਂ ਨੂੰ ਭੜਕਾਇਆ ਕਿ ਉਹ ਬਰਨਾਬਾਸ ਦੀ ਮੰਗ ਕਰਨ ਅਤੇ ਯਿਸੂ ਦੇ ਨਾਸ਼ ਦੀ। ਰਾਜਪਾਲ ਨੇ ਫਿਰ ਉਹਨਾਂ ਨੂੰ ਕਿਹਾ, ਦੋਹਾਂ ਵਿੱਚੋਂ ਤੁਸੀਂ ਕਿਸ ਨੂੰ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਰਿਹਾ ਕਰਾਂ? ਉਹਨਾਂ ਨੇ ਕਿਹਾ, ਬਰਨਾਬਾਸ। ਪਿਲਾਤੂਸ ਨੇ ਉਹਨਾਂ ਨੂੰ ਕਿਹਾ, ਫਿਰ ਮੈਂ ਯਿਸੂ ਨਾਲ ਕੀ ਕਰਾਂ ਜੋ ਮਸੀਹਾ ਅਖਵਾਉਂਦਾ ਹੈ? ਉਹਨਾਂ ਸਾਰਿਆਂ ਨੇ ਇਸ ਨੂੰ ਸਲੀਬ ਦਿੱਤੀ ਜਾਵੇ। ਤਦ ਉਸ ਨੇ ਕਿਹਾ, ਕਿਉਂਕਿ ਇਸ ਨੇ ਕਿਹੜੀ ਬਦੀ ਕੀਤੀ ਹੈ? ਪਰ ਉਹ ਹੋਰ ਵੀ ਜ਼ੋਰ ਨਾਲ ਰੋਲਾ ਪਾਉਣ ਲੱਗ ਪਾਇਆ, ਇਸ ਨੂੰ ਸਲੀਬ 'ਤੇ ਚੜ੍ਹਾਇਆ ਜਾਵੇ। ਜਦੋਂ ਪਿਲਾਤੂਸ ਨੇ ਦੇਖਿਆ ਕਿ ਉਸ ਦਾ ਕੁਝ ਵੀ ਵੱਸ ਨਹੀਂ ਚੱਲਦਾ, ਸਗੋਂ ਇੱਕ ਹੰਗਾਮਾ ਸ਼ੁਰੂ ਹੋ ਰਿਹਾ ਹੈ, ਤਾਂ ਉਸਨੇ ਪਾਣੀ ਲਿਆ ਅਤੇ ਇਹ ਕਹਿੰਦੇ ਹੋਏ ਲੋਕਾਂ ਦੇ ਸਾਹਮਣੇ ਆਪਣੇ ਹੱਥ ਧੋਤੇ, ਮੈਂ ਇਸ ਧਰਮੀ ਆਦਮੀ ਦੇ ਖੂਨ ਤੋਂ ਬਰੀ ਹਾਂ, ਇਸ ਨੂੰ ਤੁਸੀਂ ਜਾਣਦੇ ਹੋ। ਤਦ ਸਭ ਲੋਕਾਂ ਨੇ ਇੱਕ ਆਵਾਜ਼ ਹੋ ਕੇ ਉੱਤਰ ਦਿੱਤਾ, ਇਸ ਦਾ ਖੂਨ ਸਾਡੇ ਉੱਤੇ ਅਤੇ ਸਾਡੀ ਸੰਤਾਨਾਂ ਉੱਤੇ ਹੋਵੇ। ਫਿਰ ਉਸਨੇ ਉਹਨਾਂ ਲਈ ਬਰਨਾਬਾਸ ਨੂੰ ਰਿਹਾ ਕਰ ਦਿੱਤਾ ਅਤੇ ਯਿਸੂ ਨੂੰ ਕੋੜੇ ਮਰਵਾ ਕੇ ਸਲੀਬ ਉੱਤੇ ਚੜ੍ਹਾਏ ਜਾਣ ਲਈ ਉਹਨਾਂ ਦੇ ਹਵਾਲੇ ਕਰ ਦਿੱਤਾ। ਤਦ ਰਾਜਪਾਲ ਦੇ ਸਿਪਾਹੀ ਯਿਸੂ ਨੂੰ ਰਾਜਪਾਲ ਭਵਨ ਦੇ ਵਿਹੜੇ ਵਿੱਚ ਲੈ ਗਏ ਅਤੇ ਉਹਨਾਂ ਨੇ ਸਾਰੀ ਪਲਟਨ ਨੂੰ ਉਸੇ ਸਮੇਂ ਇਕੱਠਾ ਕੀਤਾ। ਉਹਨਾਂ ਨੇ ਉਸ ਦੇ ਕੱਪੜੇ ਉਤਾਰ ਦਿੱਤੇ ਅਤੇ ਉਸ ਨੂੰ ਇੱਕ ਗੁਲਨਾਰੀ ਲਿਬਾਸ ਪਹਿਨਾਇਆ ਅਤੇ ਕੰਡਿਆਂ ਦਾ ਤਾਜ ਗੁੰਦ ਕੇ ਉਸ ਦੇ ਸਿਰ ਉੱਤੇ ਰੱਖਿਆ ਅਤੇ ਉਸ ਦੇ ਸੱਜੇ ਹੱਥ ਵਿੱਚ ਇੱਕ ਕਾਨਾ ਫੜਵਾਇਆ। ਉਹ ਉਹਨਾਂ ਦੇ ਉਸੇ ਸਾਹਮਣੇ ਗੋਡੇ ਟੇਕ ਕੇ ਇਹ ਕਹਿੰਦੇ ਹੋਏ ਉਸ ਦਾ ਮਖੌਲ ਉਡਾਇਆ, ਯਹੂਦੀਆਂ ਦੇ ਰਾਜਾ ਜੈ ਹੋ। ਉਹਨਾਂ ਨੇ ਉਸ ਉੱਤੇ ਥੁੱਕਿਆ ਅਤੇ ਕਾਨਾ ਲੈ ਕੇ ਉਸ ਦੇ ਸਿਰ ਉੱਤੇ ਮਾਰਿਆ। ਜਦੋਂ ਉਹ ਉਸ ਦਾ ਮਖੌਲ ਉਡਾ ਲਿਆ ਤਾਂ ਉਹਨਾਂ ਨੇ ਉਹ ਲਿਬਾਸ ਉਤਾਰ ਲਿਆ ਅਤੇ ਉਸ ਨੂੰ ਉਸ ਦੇ ਆਪਣੇ ਕੱਪੜੇ ਪਾਏ ਅਤੇ ਉਸ ਨੂੰ ਸਲੀਬ ਉੱਤੇ ਚੜਾਉਣ ਲਈ ਲੈ ਗਏ। ਬਾਹਰ ਨਿਕਲਦਿਆਂ ਉਹਨਾਂ ਨੂੰ ਕੁਰੇਨ ਦਾ ਨਿਵਾਸੀ ਸਿਮੋਨ ਨਾਂ ਦਾ ਇੱਕ ਆਦਮੀ ਮਿਲਿਆ। ਉਹਨਾਂ ਉਸ ਆਦਮੀ ਨੂੰ ਉਸ ਦੀ ਸਲੀਬ ਚੁੱਕ ਕੇ ਲੈ ਜਾਣ ਲਈ ਮਜਬੂਰ ਕੀਤਾ। ਜਦੋਂ ਉਹ ਗੋਲਗੋਥਾ ਨਾਂ ਦੀ ਥਾਂ ਆਏ, ਜਿਸ ਦਾ ਅਰਥ ਹੈ ਖੋਪੜੀ ਦੀ ਥਾਂ, ਉਹਨਾਂ ਨੇ ਉਸ ਨੂੰ ਪੀਣ ਲਈ ਪਿੱਤ ਮਿਲੀ ਹੋਈ ਦਾਖਰਸ ਦਿੱਤੀ। ਪਰ ਜਦੋਂ ਉਸ ਨੇ ਉਹ ਚੱਖੀ ਤਾਂ ਪੀਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਉਸ ਨੂੰ ਸਲੀਬ ਉੱਤੇ ਚੜ੍ਹਾ ਦਿੱਤਾ। ਫਿਰ ਉਹਨਾਂ ਨੇ ਗੁਨਾਹ ਪਾ ਕੇ ਉਸ ਦੇ ਕੱਪੜੇ ਆਪੋ ਵਿੱਚ ਵੰਡ ਲਏ ਅਤੇ ਉੱਥੇ ਬੈਠ ਕੇ ਉਸ ਉੱਤੇ ਪਹਿਰਾ ਦਿੱਤਾ। ਉਹਨਾਂ ਨੇ ਆਪਣਾ ਦੋਸ਼ ਲਿਖ ਕੇ ਉਸ ਦੇ ਸਿਰ ਦੇ ਉੱਤੇ ਲਾਇਆ, ਇਹ ਯਿਸੂ ਹੈ, ਯਹੂਦੀਆਂ ਦਾ ਰਾਜਾ। 2 ਡਾਕੂ ਵੀ ਉਸ ਦੇ ਨਾਲ ਸਲੀਬ ਉੱਤੇ ਚੜ੍ਹਾਏ ਗਏ ਸਨ, ਇੱਕ ਉਸ ਦੇ ਸੱਜੇ ਪਾਸੇ ਅਤੇ ਦੂਜਾ ਉਸ ਦੇ ਖੱਬੇ ਪਾਸੇ। ਜਦੋਂ ਲੋਕ ਉੱਥੋਂ ਦੀ ਆਉਣ ਜਾਂਦੇ ਸਨ, ਉਹਨਾਂ ਨੇ ਆਪਣੇ ਸਿਰ ਹਿਲਾ ਕੇ ਉਸ ਦੀ ਨਿੰਦਾ ਕੀਤੀ ਅਤੇ ਕਹਿੰਦੇ ਸਨ, ਹੈਕਲ ਨੂੰ ਢਾਉਣ ਵਾਲੇ ਅਤੇ 3 ਦਿਨ ਵਿੱਚ ਬਣਾਉਣ ਵਾਲੇ, ਆਪਣੇ ਆਪ ਨੂੰ ਬਚਾ। ਜੇਕਰ ਤੂੰ ਖੁਦਾ ਦਾ ਪੁੱਤਰ ਹੈ ਤਾਂ ਸਲੀਬ ਉੱਤੇ ਉਤਰ ਆ। ਇਸ ਤਰ੍ਹਾਂ ਮੁੱਖ ਕਾਹਿਨਾਂ ਅਤੇ ਧਰਮ ਗ੍ਰੰਥੀਆਂ ਅਤੇ ਨੇਤਾਵਾਂ ਦੇ ਨਾਲ ਰਲ ਕੇ ਇਹ ਕਹਿੰਦੇ ਹੋਏ ਉਸ ਦਾ ਮਖੌਲ ਉਡਾਇਆ। ਉਸ ਨੇ ਦੂਜਿਆਂ ਨੂੰ ਬਚਾਇਆ, ਇਹ ਆਪਣੇ ਆਪ ਨੂੰ ਨਹੀਂ ਬਚਾ ਸਕਿਆ। ਇਹ ਇਸਰਾਇਲ ਦਾ ਰਾਜਾ ਹੈ ਨਾ।
ਇਹ ਹੁਣ ਸਲੀਬ ਉੱਤੋਂ ਥੱਲੇ ਉਤਰ ਆਵੇ ਅਤੇ ਅਸੀਂ ਇਸ ਉੱਤੇ ਵਿਸ਼ਵਾਸ ਕਰ ਲਵਾਂਗੇ। ਇਹ ਖੁਦਾ ਦੇ ਭਰੋਸਾ ਰੱਖਦਾ ਹੈ। ਜੇਕਰ ਖੁਦਾ ਇਸ ਨੂੰ ਚਾਹੁੰਦਾ ਹੈ ਤਾਂ ਹੁਣ ਇਸ ਨੂੰ ਛੁਡਾਵੇ, ਕਿਉਂਕਿ ਇਹ ਕਹਿੰਦਾ ਸੀ ਮੈਂ ਖੁਦਾ ਦਾ ਪੁੱਤਰ ਹਾਂ। ਉਸ ਦੇ ਨਾਲ ਸਲੀਬ ਉੱਤੇ ਚੜ੍ਹਾਏ ਗਏ ਡਾਕੂ ਵੀ ਇਸੇ ਤਰ੍ਹਾਂ ਉਸ ਨੂੰ ਬੁਰਾ ਭਲਾ ਕਹਿੰਦੇ ਰਹੇ। ਦੂਜੇ ਪਹਿਰ ਤੋਂ ਤੀਜੇ ਪਹਿਰ ਤੱਕ ਸਾਰੀ ਧਰਤੀ ਉੱਤੇ ਹਨੇਰਾ ਛਾ ਗਿਆ ਅਤੇ ਲਗਭਗ ਤੀਜੇ ਪਹਿਰ ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰਿਆ, ਏਲੀ ਏਲੀ ਲਾਮਾ ਸਬਕਥਾਨੀ, ਯਾਨੀ ਮੇਰਾ ਖੁਦਾ ਤੂੰ ਮੈਨੂੰ ਕਿਉਂ ਛੱਡ ਦਿੱਤਾ। ਇੱਥੇ ਖੜੇ ਕੁਝ ਲੋਕਾਂ ਨੇ ਇਹ ਸੁਣ ਕੇ ਕਿਹਾ, ਇਹ ਏਲੀਆ ਨੂੰ ਸੱਦ ਰਿਹਾ ਹੈ। ਉਹਨਾਂ ਵਿੱਚੋਂ ਇੱਕ ਨੇ ਤੁਰੰਤ ਦੌੜ ਕੇ ਇੱਕ ਸੰਪੰਜ ਲਿਆ ਅਤੇ ਉਸ ਨੂੰ ਸਿਰਕੇ ਵਿੱਚ ਡੋਬ ਕੇ ਇੱਕ ਕਾਨੇ ਉੱਤੇ ਰੱਖ ਕੇ ਪੀਣ ਲਈ ਦਿੱਤਾ। ਪਰ ਹੋਰਨਾਂ ਨੇ ਕਿਹਾ, ਠਹਿਰ ਜਾ, ਦੇਖਦੇ ਹਾਂ ਏਲੀਆ ਇਸ ਨੂੰ ਬਚਾਉਣ ਲਈ ਆਉਂਦਾ ਹੈ ਜਾਂ ਨਹੀਂ। ਤਦ ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰਿਆ ਅਤੇ ਆਪਣੀ ਜਾਨ ਦੇ ਦਿੱਤੀ। ਉਸੇ ਸਮੇਂ ਹੈਕਲ ਦਾ ਪਰਦਾ ਉੱਪਰ ਤੋਂ ਹੇਠਾਂ ਤੱਕ ਪਾਟ ਕੇ 2 ਫਾੜ ਹੋ ਗਿਆ। ਧਰਤੀ ਹਿੱਲ ਗਈ ਅਤੇ ਚਟਾਨਾਂ ਪਾਟ ਗਈਆਂ। ਕਬਰ ਵੀ ਖੁੱਲ੍ਹ ਗਈ ਅਤੇ ਮਰੇ ਹੋਏ ਬਹੁਤ ਸਾਰੇ ਸੰਤਾਂ ਦੇ ਸਰੀਰ ਜਿੰਦਾ ਕੀਤੇ ਗਏ ਅਤੇ ਉਹ ਉਸੇ ਜੀ ਉੱਠੇ ਦੇ ਬਾਅਦ ਕਬਰ ਵਿੱਚੋਂ ਨਿਕਲ ਕੇ ਪਵਿੱਤਰ ਸ਼ਹਿਰ ਵਿੱਚ ਦਾਖਲ ਹੋਏ ਅਤੇ ਬਹੁਤਿਆਂ ਨੂੰ ਦਿਖਾਈ ਦਿੱਤੇ। ਜਦੋਂ ਸੂਬੇਦਾਰ ਅਤੇ ਉਸ ਦੇ ਨਾਲ ਯਿਸੂ ਦੇ ਪਹਿਰਾ ਦੇਣ ਵਾਲਿਆਂ ਨੇ ਭੂਚਾਲ ਅਤੇ ਜੋ ਕੁਝ ਉੱਥੇ ਵਾਪਰਿਆ ਦੇਖਿਆ ਤਾਂ ਖੌਫ ਨਾਲ ਭਰ ਗਏ, ਬੋਲ ਉੱਠੇ, ਸੱਚਮੁੱਚ ਇਹ ਖੁਦਾ ਦਾ ਪੁੱਤਰ ਸੀ। ਉੱਥੇ ਬਹੁਤ ਸਾਰੀਆਂ ਔਰਤਾਂ ਵੀ ਸਨ ਜੋ ਦੂਰੋਂ ਹੀ ਦੇਖ ਰਹੀਆਂ ਸਨ ਅਤੇ ਜੋ ਗਲੀਲ ਦੇ ਯਿਸੂ ਦੀ ਸੇਵਾ ਕਰਦੀਆਂ ਹੋਈਆਂ ਉਸ ਦੇ ਪਿੱਛੇ ਆਈਆਂ ਸਨ। ਮਰੀਅਮ ਮਗਦਲੀਨੀ, ਯਾਕੂਬ ਅਤੇ ਯੂਸਫ ਦੀ ਮਾਂ ਮਰੀਅਮ ਅਤੇ ਜਬਦੀ ਦੇ ਪੁੱਤਰ ਦੀ ਮਾਂ ਵੀ ਉਹਨਾਂ ਵਿੱਚੋਂ ਸਨ। ਜਦੋਂ ਸ਼ਾਮ ਹੋਈ ਤਾਂ ਯੂਸਫ ਨਾਮੀ ਅਰਿਮਥਿਆ ਦਾ ਇੱਕ ਅਮੀਰ ਆਦਮੀ ਆਇਆ। ਉਹ ਵੀ ਯਿਸੂ ਦਾ ਚੇਲਾ ਸੀ। ਉਸਨੇ ਪਿਲਾਤੂਸ ਕੋਲ ਜਾ ਕੇ ਯਿਸੂ ਦੀ ਦੇਹ ਮੰਗੀ। ਤਦ ਪਿਲਾਤੂਸ ਨੇ ਉਸ ਨੂੰ ਦੇਣ ਦਾ ਹੁਕਮ ਦਿੱਤਾ। ਯੂਸਫ ਨੇ ਦੇਹ ਲਈ ਅਤੇ ਉਸ ਨੂੰ ਸਾਫ਼ ਮਲਮਲ ਦੇ ਕਫਨ ਵਿੱਚ ਲਪੇਟਿਆ ਅਤੇ ਉਸ ਨੂੰ ਆਪਣੀ ਹੀ ਨਵੀਂ ਕਬਰ ਵਿੱਚ ਰੱਖ ਦਿੱਤਾ ਜੋ ਉਸ ਨੇ ਚਟਾਨ ਵਿੱਚ ਆਪਣੇ ਲਈ ਖੁਦਵਾਈ ਹੋਈ ਸੀ। ਉਸ ਨੇ ਇੱਕ ਵੱਡਾ ਪੱਥਰ ਰੇੜ ਕੇ ਕਬਰ ਦੇ ਬੂਹੇ 'ਤੇ ਰੱਖ ਦਿੱਤਾ ਅਤੇ ਚਲਾ ਗਿਆ। ਮਰੀਅਮ ਮਗਦਲੀਨੀ ਅਤੇ ਦੂਜੀ ਮਰੀਅਮ ਉੱਥੇ ਕਬਰ ਦੇ ਸਾਹਮਣੇ ਬੈਠੀਆਂ ਹੋਈਆਂ ਸਨ। ਅਗਲੇ ਦਿਨ ਯਾਨੀ ਤਿਆਰੀ ਦੇ ਦਿਨ ਦੇ ਬਾਅਦ ਮੁੱਖ ਕਾਹਿਨਾਂ ਅਤੇ ਫਰੀਸੀ ਪਿਲਾਤੂਸ ਦੇ ਸਾਹਮਣੇ ਇਕੱਠੇ ਪੇਸ਼ ਹੋਏ ਅਤੇ ਕਿਹਾ, ਸ਼੍ਰੀਮਾਨ ਜੀ, ਸਾਨੂੰ ਯਾਦ ਹੈ ਕਿ ਉਸ ਧੋਖੇਬਾਜ਼ ਨੇ ਜਦੋਂ ਅਜੇ ਉਹ ਜ਼ਿੰਦਾ ਸੀ ਇਹ ਕਿਹਾ ਸੀ, 3 ਦਿਨ ਦੇ ਬਾਅਦ ਮੈਂ ਫਿਰ ਜੀ ਉੱਠਾਂਗਾ। ਇਸ ਲਈ 3 ਦਿਨ ਤੱਕ ਕਬਰ ਦੀ ਰਾਖੀ ਰੱਖਣ ਦਾ ਹੁਕਮ ਦਿੱਤਾ ਜਾਵੇ। ਕਿਤੇ ਇਹ ਨਾ ਹੋਵੇ ਕਿ ਉਹ ਉਸ ਦੇ ਚੇਲੇ ਜਾਂ ਉਸ ਨੂੰ ਚੁਰਾ ਲੈਣ ਅਤੇ ਲੋਕਾਂ ਨੂੰ ਕਹਿਣ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਅਤੇ ਇਹ ਪਿਛਲਾ ਧੋਖਾ ਪਹਿਲੇ ਨਾਲੋਂ ਵੀ ਭੈੜਾ ਹੋਵੇਗਾ। ਪਿਲਾਤੂਸ ਨੇ ਉਹਨਾਂ ਨੂੰ ਕਿਹਾ, ਤੁਹਾਡੇ ਕੋਲ ਸਿਪਾਹੀਆਂ ਦੀ ਗਰਦ ਹੈ, ਜਾਓ, ਜਿਸ ਤਰ੍ਹਾਂ ਤੁਸੀਂ ਮੁਨਾਸਿਬ ਜਾਣੋ ਉਸ ਦੀ ਸੁਰੱਖਿਆ ਉਸੇ ਤਰ੍ਹਾਂ ਕਰੋ। ਇਸ ਲਈ ਉਹਨਾਂ ਨੇ ਜਾ ਕੇ ਪੱਥਰ 'ਤੇ ਮੋਹਰ ਲਾਈ ਅਤੇ ਪਹਿਰੇਦਾਰਾਂ ਦੀ ਗਾਰਦਾਂ ਬਿਠਾ ਕੇ ਕਬਰ ਦੀ ਰਾਖੀ ਕਰਵਾਈ। ਸੰਤ ਮੱਤੀ ਦੀ ਅੰਜੀਲ ਉਹਦਾ 28 ਬਾਬ। ਹੁਣ ਸਬਤ ਦੇ ਬਾਅਦ ਹਫਤੇ ਦੇ ਪਹਿਲੇ ਦਿਨ ਫੁਟਾਵੇ ਮਰੀਅਮ ਮਗਦਲੀਨੀ ਅਤੇ ਦੂਜੀ ਮਰੀਅਮ ਕਬਰ ਵੇਖਣ ਗਈਆਂ ਅਤੇ ਵੇਖੋ ਇੱਕ ਵੱਡਾ ਭੂਚਾਲ ਆਇਆ, ਕਿਉਂਕਿ ਪ੍ਰਭੂ ਦਾ ਇੱਕ ਫਰਿਸ਼ਤਾ ਸਵਰਗ ਤੋਂ ਉਤਰਿਆ ਅਤੇ ਉਸ ਨੇ ਆ ਕੇ ਪੱਥਰ ਨੂੰ ਰੇੜ ਕੇ ਪਿਛਾਂਹ ਕਰ ਦਿੱਤਾ ਅਤੇ ਉਸ ਉੱਤੇ ਬੈਠ ਗਿਆ। ਉਸ ਦੀ ਸੂਰਤ ਬਿਜਲੀ ਵਰਗੀ ਸੀ ਅਤੇ ਉਸ ਦਾ ਲਿਬਾਸ ਬਰਫ਼ ਦੇ ਵਾਂਗ ਚਿੱਟਾ ਸੀ। ਉਸ ਦੇ ਡਰ ਦੇ
ਮਾਰੇ ਪਹਿਰੇਦਾਰ ਕੰਬ ਗਏ ਅਤੇ ਉਹ ਮੁਰਦਿਆਂ ਵਾਂਗ ਹੋ ਗਏ। ਪਰ ਫਰਿਸ਼ਤਿਆਂ ਨੇ ਔਰਤਾਂ ਨੂੰ ਕਿਹਾ, ਡਰੋ ਨਹੀਂ, ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਯਿਸੂ ਨੂੰ ਲੱਭ ਰਹੀਆਂ ਹੋ, ਜੋ ਸਲੀਬ ਉੱਤੇ ਚੜਾਇਆ ਗਿਆ ਸੀ। ਉਹ ਇੱਥੇ ਨਹੀਂ ਹੈ, ਕਿਉਂਕਿ ਉਹ ਜੀ ਉੱਠਿਆ ਹੈ, ਜਿਸ ਤਰ੍ਹਾਂ ਉਸਨੇ ਕਿਹਾ ਸੀ। ਆਓ ਉਸ ਥਾਂ ਨੂੰ ਦੇਖੀਏ ਜਿੱਥੇ ਉਸ ਨੂੰ ਲਿਟਾਇਆ ਗਿਆ ਸੀ। ਇਸ ਕਰਕੇ ਛੇਤੀ ਜਾਓ ਅਤੇ ਉਸ ਦੇ ਚੇਲਿਆਂ ਨੂੰ ਦੱਸੋ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਅਤੇ ਦੇਖੋ ਉਹ ਤੁਹਾਡੇ ਤੋਂ ਅੱਗੇ ਗਲੀਲ ਜਾ ਰਿਹਾ ਹੈ। ਉੱਥੇ ਤੁਸੀਂ ਉਸ ਦੇ ਦਰਸ਼ਨ ਕਰੋਗੇ। ਹਾਂ, ਵੇਖੋ, ਮੈਂ ਤੁਹਾਨੂੰ ਦੱਸ ਦਿੱਤਾ ਹੈ। ਇਸ ਲਈ ਉਹ ਘਬਰਾਹਟ ਵਿੱਚ ਅਤੇ ਬਹੁਤ ਹੀ ਖੁਸ਼ੀ ਨਾਲ ਤੁਰੰਤ ਹੀ ਕਬਰ ਨੂੰ ਛੱਡ ਕੇ ਚਲੀਆਂ ਗਈਆਂ ਅਤੇ ਉਸ ਦੇ ਚੇਲਿਆਂ ਨੂੰ ਦੱਸਣ ਲਈ ਦੌੜੀਆਂ। ਅਤੇ ਵੇਖੋ, ਯਿਸੂ ਨੂੰ ਮਿਲੀਆਂ ਅਤੇ ਉਸਨੇ ਕਿਹਾ, ਸ਼ਾਲੋਮ। ਤਦ ਉਹ ਲਾਗੇ ਗਈਆਂ ਅਤੇ ਅੱਗੇ ਵੱਧ ਕੇ ਉਸ ਦੇ ਚਰਨਾਂ ਨੂੰ ਲਿਪਟ ਗਈਆਂ ਅਤੇ ਉਸ ਦੀ ਆਰਾਧਨਾ ਕੀਤੀ। ਤਦ ਯਿਸੂ ਨੇ ਉਹਨਾਂ ਨੂੰ ਕਿਹਾ, ਘਬਰਾਓ ਨਹੀਂ, ਜਾਓ ਅਤੇ ਮੇਰੇ ਭਰਾਵਾਂ ਨੂੰ ਕਹੋ ਕਿ ਉਹ ਗਲੀਲ ਜਾਣ ਅਤੇ ਉੱਥੇ ਉਹ ਮੇਰੇ ਦਰਸ਼ਨ ਕਰਨਗੇ। ਜਦੋਂ ਉਹ ਜਾ ਰਹੀਆਂ ਸਨ ਤਾਂ ਕੁਝ ਪਹਿਰੇਦਾਰ ਸ਼ਹਿਰ ਵਿੱਚ ਗਏ ਅਤੇ ਮੁੱਖ ਕਾਹਿਨਾਂ ਨੂੰ ਸਾਰੀ ਘਟਨਾ ਦੱਸ ਦਿੱਤੀ। ਜਦੋਂ ਮੁੱਖ ਕਾਹਿਨਾਂ ਨੇ ਨੇਤਾਵਾਂ ਦੇ ਨਾਲ ਇਕੱਠੇ ਹੋ ਕੇ ਸੁਣਵਾਈ ਕੀਤੀ ਤਾਂ ਉਹਨਾਂ ਨੇ ਸਿਪਾਹੀਆਂ ਨੂੰ ਇੱਕ ਮੋਟੀ ਰਕਮ ਦਿੱਤੀ ਅਤੇ ਕਿਹਾ, ਤੁਸੀਂ ਲੋਕਾਂ ਨੂੰ ਇੰਝ ਦੱਸਣਾ ਕਿ ਜਦੋਂ ਅਸੀਂ ਸੋ ਰਹੇ ਸਾਂ ਤਾਂ ਉਸ ਦੇ ਚੇਲੇ ਰਾਤ ਨੂੰ ਆਏ ਅਤੇ ਉਸ ਨੂੰ ਚੋਰੀ ਕਰਕੇ ਲੈ ਗਏ। ਜੇਕਰ ਇਹ ਗੱਲ ਰਾਜਪਾਲ ਦੇ ਕੰਨ ਤੱਕ ਪਹੁੰਚ ਜਾਵੇਗੀ ਤਾਂ ਅਸੀਂ ਆਪ ਉਸ ਦੀ ਤਸੱਲੀ ਕਰ ਦਿਆਂਗੇ ਅਤੇ ਤੁਹਾਨੂੰ ਹਰ ਮੁਸੀਬਤ ਤੋਂ ਬਚਾਈ ਰੱਖਾਂਗੇ। ਇਸ ਲਈ ਉਹਨਾਂ ਨੇ ਰਕਮ ਲੈ ਲਈ ਅਤੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਉਹਨਾਂ ਨੂੰ ਹਿਦਾਇਤ ਕੀਤੀ ਗਈ ਸੀ। ਇਹ ਕਹਾਣੀ ਅੱਜ ਤੱਕ ਯਹੂਦੀਆਂ ਵਿੱਚ ਚੱਲਦੀ ਆ ਰਹੀ ਹੈ। 11 ਚੇਲੇ ਗਲੀਲ ਵਿੱਚ ਉਸ ਪਹਾੜ 'ਤੇ ਗਏ ਜਿੱਥੇ ਜਾਣ ਲਈ ਯਿਸੂ ਨੇ ਉਹਨਾਂ ਨੂੰ ਆਦੇਸ਼ ਦਿੱਤਾ ਸੀ। ਜਦੋਂ ਉਹਨਾਂ ਨੇ ਉਸ ਨੂੰ ਦੇਖਿਆ ਤਾਂ ਉਹਨਾਂ ਨੇ ਉਸ ਦੀ ਆਰਾਧਨਾ ਕੀਤੀ, ਪਰ ਕੁਝ ਨੇ ਸ਼ੱਕ ਕੀਤਾ। ਤਦ ਯਿਸੂ ਉਹਨਾਂ ਕੋਲ ਗਿਆ ਅਤੇ ਉਸ ਨੇ ਕਿਹਾ, ਸਵਰਗ ਵਿੱਚ ਅਤੇ ਧਰਤੀ ਉੱਤੇ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ। ਇਸ ਲਈ ਤੁਸੀਂ ਜਾਓ ਅਤੇ ਸਾਰੀਆਂ ਕੌਮਾਂ ਨੂੰ ਮੇਰੇ ਚੇਲੇ ਬਣਾਓ ਅਤੇ ਉਹਨਾਂ ਨੂੰ ਬਾਪ ਅਤੇ ਬੇਟੇ ਅਤੇ ਰੂਪਾਕ ਦੇ ਨਾਮ ਉੱਤੇ ਬਪਤਿਸਮਾ ਦਿਓ। ਨਾਲੇ ਉਹਨਾਂ ਨੂੰ ਉਹ ਸਾਰੀਆਂ ਗੱਲਾਂ ਦੀ ਪਾਲਣਾ ਕਰਨੀ ਸਿਖਾਓ ਜਿਨ੍ਹਾਂ ਦੀ ਮੈਂ ਤੁਹਾਨੂੰ ਆਗਿਆ ਦਿੱਤੀ ਹੈ। ਵੇਖੋ, ਮੈਂ ਹਮੇਸ਼ਾ ਤੁਹਾਡੇ ਨਾਲ ਹਾਂ, ਯੁੱਗਾਂ ਦੇ ਅੰਤ ਤੱਕ।